GIC ਕਿਵੇਂ ਇੱਕ ਬਹੁਤ ਵੱਡਾ ਰੀਜ਼ਨ ਹੈ ਜਿਸ ਕਰਕੇ ਇੱਕ ਬਹੁਤ ਅੱਛੀ ਪ੍ਰੋਫਾਈਲ ਵੀ ਐਮਬੈਸੀ ਰਿਫਿਊਜ਼ ਕਰ ਦਿੰਦੀ ਹੈ। ਇਹ ਤੁਸੀਂ ਕੈਲਕੂਲੇਟ ਹੀ ਨਹੀਂ ਕਰਦੇ ਵੀ ਬੱਚੇ ਦੇ 1 ਸਾਲ ਦੇ ਲਿਵਿੰਗ ਐਕਸਪੈਂਸ ਇੱਕ ਸਪੈਸੀਫਿਕ ਪ੍ਰੋਵਿੰਸ ਦੇ ਵਿੱਚ ਕਿੰਨੇ ਨੇ, ਜੋ ਕਿ ਇੱਕ ਬੇਸਿਕ ਫਿਨੋਮੀਨਾ ਬਣਿਆ ਹੋਇਆ ਹੈ ਕਿ ਬਸ GIC = $10,200, ਜੋ ਕਿ ਗਲਤ ਹੈ। GIC ਕਰਕੇ ਐਮਬੈਸੀ ਤੋਂ ਤੁਹਾਡਾ ਵੀਜ਼ਾ ਰਿਫਿਊਜ਼ ਹੋ ਸਕਦਾ ਹੈ ਅਗਰ ਤੁਹਾਨੇ ਆਪਣੀ GIC ਜੋ ਹੈ ਉਹ ਸਹੀ ਤਰੀਕੇ ਨਾਲ ਨਹੀਂ ਕਰਾਈ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਹੈਗਾ ਹਰਪ੍ਰੀਤ ਤੇ ਤੁਸੀਂ ਦੇਖ ਰਹੇ ਹੋ ਅਪਲਾਈ ਸਟੱਡੀ ਵੀਜ਼ਾ ਤੇ ਇੱਕ ਲੇਟੈਸਟ ਐਂਡ ਫਰੈਸ਼ ਵੀਡੀਓ ਜਿਸ ਵਿੱਚ ਆਪਾਂ ਗੱਲ ਕਰਾਂਗੇ ਕਿ GIC ਕਿਵੇਂ ਇੱਕ ਬਹੁਤ ਵੱਡਾ ਰੀਜ਼ਨ ਹੈ ਜਿਸ ਕਰਕੇ ਇੱਕ ਬਹੁਤ ਅੱਛੀ ਪ੍ਰੋਫਾਈਲ ਵੀ ਐਮਬੈਸੀ ਰਿਫਿਊਜ਼ ਕਰ ਦਿੰਦੀ ਹੈ। ਬਿਲਕੁਲ ਸਹੀ ਸੁਣਿਆ ਤੁਸੀਂ, GIC ਕਰਕੇ ਐਮਬੈਸੀ ਤੋਂ ਤੁਹਾਡਾ ਵੀਜ਼ਾ ਰਿਫਿਊਜ਼ ਹੋ ਸਕਦਾ ਹੈ ਅਗਰ ਤੁਹਾਨੇ ਆਪਣੀ GIC ਜੋ ਹੈ ਉਹ ਸਹੀ ਤਰੀਕੇ ਨਾਲ ਨਹੀਂ ਕਰਾਈ ਹੈ। ਕਿਉਂਕਿ ਜ਼ਿਆਦਾਤਰ ਕੀ ਹੁੰਦਾ ਹੈ, ਤੁਸੀਂ ਦੇਖੋਗੇ ਕਿ 99% ਕੇਸਿਸ ਦੇ ਵਿੱਚ GIC ਲੋਕਾਂ ਨੇ ਫਿਕਸ ਕਰ ਰੱਖੀ ਹੈ ਕਿ GIC ਬਸ ਆਪਾਂ ਨੇ $10,200 ਕਰਵਾਉਣੀ ਹੈ। $200 ਬੈਂਕਸ ਦੇ ਜੋ ਸਰਵਿਸ ਚਾਰਜਿਸ ਨੇ ਉਹ ਲੱਗਣਗੇ ਅਤੇ $10,000 ਜੋ ਬੱਚੇ ਦੀ GIC ਹੈ ਉਸ ਦੇ ਅਕਾਊਂਟ ਦੇ ਵਿੱਚ ਚਲੀ ਜਾਏਗੀ, ਜੋ ਕਿ ਇੱਕ ਬੇਸਿਕ ਫਿਨੋਮੀਨਾ ਬਣਿਆ ਹੋਇਆ ਹੈ ਕਿ ਬਸ GIC = $10,200, ਜੋ ਕਿ ਗਲਤ ਹੈ। ਅਗਰ ਤੁਸੀਂ ਆਪਣੀ ਫਾਈਲ SDS ਕੈਟੇਗਰੀ ਦੇ ਵਿੱਚ ਕੈਨੇਡਾ ਲਈ ਲਗਾ ਰਹੇ ਹੋ ਤਾਂ ਉਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਸੋਚਣੀਆਂ ਪੈਂਦੀਆਂ। ਬੇਸਿਕਲੀ GIC ਹੈ ਕਿ ਦੋਸਤੋ, GIC ਇੱਕ ਗਰੰਟਿਡ ਇਨਵੈਸਟਮੈਂਟ ਸਰਟੀਫਿਕੇਟ ਹੈ ਜਿਸ ਦੇ ਵਿੱਚ ਆਪਾਂ ਕੈਨੇਡੀਅਨ ਐਮਬੈਸੀ ਨੂੰ ਇਹ ਸ਼ੋਅ ਕਰਦੇ ਕਿ ਬੱਚੇ ਕੋਲ ਆਪਣੇ 1 ਸਾਲ ਤੱਕ ਦੇ ਲਿਵਿੰਗ ਐਕਸਪੈਂਸਿਸ ਅਤੇ ਆਪਣੇ ਖਾਣ ਪੀਣ ਦੇ ਖਰਚੇ ਜੋਗੇ ਪੈਸੇ ਹੈਗੇ ਨੇ। ਲੇਕਿਨ ਸਭ ਤੋਂ ਵੱਡੀ ਗਲਤੀ ਪਤਾ ਕਿੱਥੇ ਹੋ ਜਾਂਦੀ ਹੈ, ਬੱਚੇ ਦੇ 6 each ਬੈਂਡ ਨੇ, 6.5 ਓਵਰਆਲ ਨੇ, ਬਹੁਤ ਅੱਛੇ ਕਾਲਜ ਦੇ ਵਿੱਚ ਉਹਨੂੰ ਲਾਈਕ ਸ਼ੈਰਡਨ, ਸੈਂਟੇਨੀਅਲ, ਬਹੁਤ ਅੱਛੇ ਕਾਲਜ, ਸਾਲਟ ਕਾਲਜ, ਇੱਥੇ ਉਹਨੂੰ ਐਡਮਿਸ਼ਨ ਵੀ ਮਿਲ ਗਈ ਹੈ, ਉਹਨੇ ਆਪਣੀ 1 ਸਾਲ ਦੀ ਫੀਸ ਵੀ ਪੇ ਕਰਤੀ ਹੈ, $10,000 ਦਾ GIC ਵੀ ਕਰਾ ਦਿੱਤਾ ਹੈ। ਸਪੋਜ਼ ਕਰੋ ਸ਼ੈਰਡਨ ਕਾਲਜ ਦੀ ਆਪਾਂ ਇੱਕ ਪ੍ਰੋਫਾਈਲ ਚੱਕ ਕੇ ਚੱਲੀਏ ਅਤੇ ਉਹਨੂੰ ਬਹੁਤ ਅੱਛਾ ਕੋਰਸ ਵੀ ਮਿਲਿਆ ਹੈ ਅਤੇ ਉਹਨੇ ਆਪਣੀ 1 ਈਅਰ ਦੀ ਫੀ ਵੀ ਪੇ ਕਰਤੀ, GIC ਵੀ ਕਰਾਤੀ, ਫਿਰ ਵੀ ਉਹਦਾ ਵੀਜ਼ਾ ਜੋ ਹੈ ਉਹ ਰਿਫਿਊਜ਼ ਹੋ ਰਿਹਾ ਹੈ। ਉੱਪਰ ਦੀ ਉਸ ਬੱਚੇ ਦੇ 6.5 ਓਵਰਆਲ ਦੇ 6 each ਬੈਂਡ ਨੇ। ਇੱਥੇ ਕਾਰਨ ਕੀ ਬਣਦਾ ਹੈ? ਇੱਥੇ ਫਾਈਲ ਰਿਫਿਊਜ਼ ਹੋਣ ਦਾ ਕਾਰਨ ਇਹ ਬਣਦਾ ਹੈ ਬੱਚਾ ਨੂੰ ਲੱਗਦਾ ਹੈ ਕਿ ਉਸਨੇ ਗਰੰਟਿਡ ਇਨਵੈਸਟਮੈਂਟ ਸਰਟੀਫਿਕੇਟ ਕਰਵਾਤਾ ਹੈ ਅਤੇ ਪਲੱਸ ਆਪਣੀ 1 ਈਅਰ ਦੀ ਫੀਸ ਪੇ ਕਰਤੀ ਹੈ, ਉਸਨੂੰ ਹੋਰ ਕੁਝ ਸ਼ੋਅ ਕਰਨ ਦੀ ਲੋੜ ਨਹੀਂ ਹੈ, ਜੋ ਕਿ ਬਿਲਕੁਲ ਸਹੀ ਹੈ। ਉਹਨੂੰ ਕੋਈ ਵੀ ਅਦਰ ਫਾਈਨੈਂਸ਼ੀਅਲ ਲਾਈਕ ਉਹਨੂੰ ਸਪੋਰਟ ਸ਼ੋਅ ਕਰਨ ਦੀ ਲੋੜ ਨਹੀਂ ਹੈ ਅਗਰ ਉਹ ਆਪਣੀ GIC ਸਹੀ ਤਰੀਕੇ ਨਾਲ ਕਰਾਂਦਾ। ਸਪੋਜ਼ ਕਰੋ ਤੁਸੀਂ ਬੱਚੇ ਨੂੰ ਬਰੈਂਪਟਨ ਭੇਜ ਰਹੇ ਹੋ ਅਤੇ ਬਰੈਂਪਟਨ 'ਚ ਕੀ ਹੈ, ਜੇ ਤੁਸੀਂ ਐਵਰੇਜ ਰੂਮ ਦੀ ਕੋਸਟ ਲਾਉਂਦੇ ਹੋ ਤਾਂ $700 ਤੋਂ ਲੈ ਕੇ $1,000 ਤੱਕ ਉਸ ਜਿਹੜੀ ਬੇਸਿਕ ਰੂਮ ਦਾ ਉੱਥੇ ਇੱਕ ਰੂਮ ਦਾ ਲਿਵਿੰਗ ਕੋਸਟ ਹੈ। ਤਾਂ ਉਸ ਦਾ ਜੇ ਆਪਾਂ ਕੈਲਕੂਲੇਸ਼ਨ ਕਰੀਏ ਬੇਸਿਕ ਐਵਰੇਜ ਲਾ ਲਓ $850 ਅਗਰ ਬੱਚੇ ਦੀ ਸਿਰਫ ਰੂਮ ਦੀ ਕੋਸਟ ਹੈ ਤਾਂ $10,000 ਨਾਲ ਤਾਂ ਬੱਚੇ ਦੀ ਰੂਮ ਦੀ ਕੋਸਟ ਵੀ 1 ਸਾਲ ਦੀ ਪੂਰੀ ਨਹੀਂ ਹੋ ਰਹੀ। ਬੱਚੇ ਖਾਏਗਾ ਕਿੱਥੋਂ, ਬੱਚਾ ਪਹਿਨੇਗਾ ਕਿੱਥੋਂ? ਠੀਕ ਹੈ ਨਾ। ਇੱਥੇ ਆ ਕੇ ਹੀ ਤੁਹਾਡੀ ਜੋ ਫਾਈਲ ਹੈ ਉਸ ਦਾ ਸਭ ਤੋਂ ਬੜੀ ਦਿੱਕਤ ਹੋ ਜਾਂਦੀ ਹੈ। ਤੁਸੀਂ ਕੈਲਕੂਲੇਟ ਹੀ ਨਹੀਂ ਕਰਦੇ ਵੀ ਬੱਚੇ ਦੇ 1 ਸਾਲ ਦੇ ਲਿਵਿੰਗ ਐਕਸਪੈਂਸ ਇੱਕ ਸਪੈਸੀਫਿਕ ਪ੍ਰੋਵਿੰਸ ਦੇ ਵਿੱਚ ਕਿੰਨੇ ਨੇ। ਹਰ ਪ੍ਰੋਵਿੰਸ ਦੀ ਅਲੱਗ-ਅਲੱਗ GIC ਕੈਲਕੂਲੇਸ਼ਨ ਹੁੰਦੀ ਹੈ। ਇਹ ਕੰਸਲਟੈਂਟ ਤੁਹਾਨੂੰ ਕੋਈ ਵੀ ਨਹੀਂ ਦੱਸਿਆ, ਕਿਉਂਕਿ ਕੰਸਲਟੈਂਟ ਬੇਸਿਕਲੀ ਕੀ ਚਾਹੁੰਦਾ, ਕੰਸਲਟੈਂਟ ਚਾਹੁੰਦਾ ਵੀ ਬੱਚੇ ਨੂੰ ਕਹੋ $10,000 ਦੀ GIC ਕਰਾਓ, ਕਿਉਂਕਿ ਉੱਚ ਕੰਸਲਟੈਂਟ ਨੂੰ ਕੁਛ ਨਹੀਂ ਪੁੱਛਣਾ। ਕੰਸਲਟੈਂਟ ਕਹਿੰਦਾ ਵੀ ਬੱਚੇ ਨੂੰ ਕਿਹਾ ਜਾਵੇ ਵੀ ਬੱਚੇ ਦੇ ਅਕਾਊਂਟ ਦੇ ਵਿੱਚ ਫੰਡਸ ਕਰਾਏ ਜਾਣ। ਜਿਸ ਫੰਡਸ ਕਰਾਉਂਦੇ ਨੇ ਤਾਂ ਬੇਸਿਕ ਹੈ ਕਿ ਫੰਡਸ ਵੀ ਕੰਸਲਟੈਂਟ ਹੀ ਕਰਦੇ ਨੇ ਅਤੇ ਉੱਥੋਂ ਉਹਨਾਂ ਨੂੰ ਕਾਫੀ ਅੱਛੀ ਪੇਮੈਂਟ ਬਣਦੀ ਹੈ। ਤਾਂ ਉਹ ਤੁਹਾਨੂੰ ਕਦੇ ਨਹੀਂ ਦੱਸਣਗੇ ਵੀ ਬੱਚੇ ਆ GIC ਤੁਸੀਂ $10,000 ਦੀ ਜਗ੍ਹਾ 'ਤੇ $15,000 ਕਰਾ ਦਿਓ, ਜਿਹੜਾ ਕਿ ਮੋਰ ਦੈਨ ਇਨਫ ਹੈ। ਅਗਰ ਆਪਾਂ ਬਹੁਤ ਅੱਛੀ ਪ੍ਰੋਵਿੰਸ ਦੇ ਵਿੱਚ ਵੀ ਜਾਂਦੇ ਹਾਂ ਕੈਨੇਡਾ ਦੇ ਤਾਂ ਉਹ ਤੁਹਾਨੂੰ ਨਹੀਂ ਦੱਸੇਗਾ, ਉਹ ਕਹੇਗਾ GIC $10,000 ਦੀ ਕਰਾਓ, ਲੇਕਿਨ ਤੁਸੀਂ ਐਂ ਕਰੋ ਸਾਡੇ ਕੋਲੋਂ ਐਕਸਟਰਾ ਫੰਡ ਸ਼ੋਅ ਕਰਵਾ ਲਓ, ਜਿਸ ਦਾ ਪ੍ਰੈਕਟੀਕਲੀ ਕੋਈ ਫਾਇਦਾ ਨਹੀਂ ਹੁੰਦਾ। ਕਿਉਂਕਿ ਜੇ ਤੁਸੀਂ ਆਪ ਹੀ ਸੋਚੋ ਯਾਰ, ਬੇਸਿਕ ਜੀ ਗੱਲ ਇਹ ਹੈ ਕਿ ਅਗਰ ਤੁਸੀਂ ਕਿਤੇ ਜਾ ਰਹੇ ਹੋ ਤਾਂ ਕੈਨੇਡੀਅਨ ਐਮਬੈਸੀ ਲਈ ਤੁਹਾਡੇ ਫਾਦਰ ਦੇ ਅਕਾਊਂਟ ਦੇ ਵਿੱਚ ਪਏ 10 ਲੱਖ ਰੁਪੀਜ਼, ਇੰਡੀਅਨ ਰੁਪੀਜ਼, ਉਹ ਮੈਟਰ ਕਰਦੇ ਨੇ, ਜਾਂ ਤੁਹਾਡੇ ਜਿਹੜਾ ਬੱਚਾ ਉੱਥੇ ਪੜ੍ਹਨ ਜਾ ਰਿਹਾ ਉਸ ਦੇ GIC ਅਕਾਊਂਟ ਦੇ ਵਿੱਚ $15,000 ਰੁਪਏ ਮੈਟਰ ਕਰਦੇ ਨੇ। ਹਾਂ, ਪੇਰੈਂਟਸ ਦੀ ਸਪੋਰਟ ਅੱਛੀ ਗੱਲ ਹੈ, ਅਗਰ ਤੁਹਾਡੇ ਕੋਲ ਪੈਸਾ ਹੈ ਤਾਂ ਉਹੀ ਤਾਂ ਗੱਲ ਹੈ ਨਾ। ਅਗਰ ਤੁਹਾਡੇ ਪੇਰੈਂਟਸ ਕੋਲ ਪੈਸਾ ਹੈ ਤਾਂ ਉਹ ਆਪਣੇ ਬੱਚਿਆਂ ਨੂੰ ਅਗਰ ਸਪੋਰਟ ਕਰ ਹੀ ਰਹੇ ਨੇ ਤਾਂ ਜਿੱਥੇ ਉਹ $10,000 ਦੀ GIC ਕਰਾ ਰਹੇ ਨੇ, ਸਪੋਜ਼ ਕਰੋ ਬਰੈਂਪਟਨ ਦੇ ਵਿੱਚ ਅਗਰ ਮੈਂ ਐਵਰੇਜ ਲਾਵਾਂ ਤਾਂ $13,000 ਦੀ ਅਗਰ ਤੁਸੀਂ GIC ਕਰਾਉਂਦੇ ਹੋ ਤਾਂ 1 ਸਾਲ ਦੇ ਬੱਚੇ ਦੇ ਲਿਵਿੰਗ ਐਕਸਪੈਂਸ, ਰੂਮ, ਉਸਦਾ ਖਰਚਾ, ਉਸਦਾ ਖਾਣ ਪੀਣ ਦਾ, ਉਸਦਾ ਪਹਿਨਣ ਦਾ, ਸਾਰੇ ਖਰਚੇ ਪੂਰੇ ਹੋ ਰਹੇ ਨੇ $13,000 ਤੋਂ ਲੈ ਕੇ $14,000 'ਚ।
ਜੇਕਰ ਤੁਸੀਂ $13,000 ਤੋਂ ਲੈ ਕੇ $14,000 ਦੀ GIC ਕਰਾਉਂਦੇ ਹੋ ਤਾਂ ਤੁਹਾਨੂੰ ਕੋਈ ਵੀ ਐਕਸਟਰਾ ਫੰਡਸ ਸ਼ੋ ਕਰਨ ਦੀ ਲੋੜ ਨਹੀਂ, ਤੁਹਾਨੂੰ ਕੋਈ ਵੀ ਸਟੇਟਮੈਂਟਸ ਲਾਉਣ ਦੀ ਲੋੜ ਨਹੀਂ, ਕੋਈ ਵੀ ਤੁਹਾਨੂੰ ITR ਲਾਉਣ ਦੀ ਲੋੜ ਨਹੀਂ, ਕੁਝ ਵੀ ਕਰਨ ਦੀ ਲੋੜ ਨਹੀਂ ਹੈ। ਸਿਰਫ ਤੁਹਾਨੂੰ ਅਗਰ GIC ਤੁਹਾਨੂੰ ਕੈਲਕੂਲੇਟ ਪ੍ਰੋਪਰਲੀ ਕੀਤੀ ਹੈ, ਬੱਚੇ ਦੀ 1 ਸਾਲ ਦਾ ਲਿਵਿੰਗ ਐਕਸਪੈਂਸ ਕਿੰਨਾ ਬਣਦਾ ਇੱਕ ਸਪੈਸੀਫਿਕ ਸਿਟੀ ਦੇ ਵਿੱਚ, ਇੱਕ ਸਪੈਸੀਫਿਕ ਪ੍ਰੋਵਿੰਸ ਦੇ ਵਿੱਚ, ਤਾਂ ਤੁਸੀਂ ਅਗਰ ਉਸ ਕੈਲਕੂਲੇਸ਼ਨ ਦੇ ਹਿਸਾਬ ਨਾਲ GIC ਕਰਵਾ ਕੇ ਆਪਣੇ ਬੱਚੇ ਦੀ ਫਾਈਲ ਲਗਾਓਗੇ 100% ਤੁਹਾਡੇ ਬੱਚੇ ਦਾ ਵੀਜ਼ਾ ਆਏਗਾ। ਇਹੀ ਬੇਸਿਕਲੀ ਇਮੀਗ੍ਰੇਸ਼ਨ ਦਾ ਕੰਮ ਕੀ ਹੈ, ਨੌਲੇਜ ਬੇਸ ਵਰਕ ਹੈ। ਜਿੰਨੀ ਤੁਹਾਡੇ ਕੰਸਲਟੈਂਟ ਨੂੰ ਨੌਲੇਜ ਹੋਏਗੀ ਉਤਨੀ ਹੀ ਅੱਛੇ ਤਰੀਕੇ ਨਾਲ ਤੁਹਾਡੀ ਜੋ ਫਾਈਲ ਹੈ ਉਹ ਪ੍ਰੈਜ਼ੈਂਟ ਕਰੇਗਾ ਐਮਬੈਸੀ ਦੇ ਵਿੱਚ, ਈਜ਼ੀਲੀ ਵੀਜ਼ਾ ਆ ਜਾਂਦਾ ਹੈ। ਐਮਬੈਸੀ ਕਦੇ ਨਹੀਂ ਚਾਹੇਗੀ ਕਿ ਸਾਡੇ ਵੀਜ਼ੇ ਰਿਫਿਊਜ਼ ਹੋਣ। ਬੇਸਿਕਲੀ ਇੱਕ ਬਹੁਤ ਜ਼ਿਆਦਾ ਨੈਗੇਟਿਵਿਟੀ ਫੈਲਾ ਦਿੱਤੀ ਜਾਂਦੀ ਹੈ ਮਾਰਕੀਟ ਦੇ ਵਿੱਚ ਕਿ ਅਗਰ ਕਿਸੇ ਬੱਚੇ 6.5 ਓਵਰਆਲ 6 ਈਚ ਹੈ ਤੇ ਐਮਬੈਸੀ ਉਹਨੂੰ ਵੀਜ਼ਾ ਨਹੀਂ ਦੇ ਰਹੀ ਤਾਂ ਇਸਦਾ ਮਤਲਬ ਹੀ ਐਮਬੈਸੀ ਤੁਹਾਨੂੰ ਵੀਜ਼ਾ ਨਹੀਂ ਦੇਣਾ ਚਾਹੁੰਦੀ। ਇਹੋ ਜਿਹੀ ਕੋਈ ਗੱਲ ਨਹੀਂ ਹੈ। ਐਮਬੈਸੀ ਨੂੰ ਉਦੋਂ ਹੀ ਫਾਇਦਾ ਹੋਏਗਾ ਜਾਂ ਫਿਰ ਕੈਨੇਡੀਅਨ ਗਵਰਨਮੈਂਟ ਨੂੰ ਉਦੋਂ ਹੀ ਫਾਇਦਾ ਹੋਏਗਾ ਜਦ ਤੁਹਾਡੀ ਫਾਈਲ ਲੱਗੇਗੀ, ਤੁਸੀਂ ਕੈਨੇਡਾ ਵਿੱਚ ਜਾ ਕੇ ਉੱਥੇ ਉਹਨਾਂ ਦੀ ਇਕਨੋਮੀ ਦੇ ਵਿੱਚ ਪੈਸਾ ਦੋਗੇ, ਉੱਥੇ 2 ਸਾਲ ਕੰਮ ਕਰੋਗੇ ਬਹੁਤ ਹੀ ਘੱਟ ਮਤਲਬ ਚਾਰਜਿਸ ਦੇ ਉੱਤੇ, ਉਹਨਾਂ ਦੇ ਜੋ ਬਿਜ਼ਨਸ ਨੇ ਉਹ ਸਟਰੋਂਗ ਹੋਣਗੇ। ਉੱਥੇ ਜਾ ਕੇ ਕੈਨੇਡੀਅਨ ਐਮਬੈਸੀ ਦੀ ਮਰਜ਼ੀ ਹੈ ਕਿ ਉਹਨਾਂ ਨੇ ਤੁਹਾਨੂੰ PR ਦੇਣੀ ਹੈ ਜਾਂ ਨਹੀਂ ਦੇਣੀ। PR ਇੱਕ ਬਹੁਤ ਲੰਬੀ ਪ੍ਰੋਸੈਸ ਹੈ ਜਿਹੜੀ ਕਿ ਤੁਹਾਨੂੰ ਉੱਥੇ ਜਾਣ ਤੋਂ ਬਾਅਦ ਦੀ ਹੈ, ਲੇਕਿਨ ਉਰੋਂ ਆਪਣਾ ਸਟੱਡੀ ਵੀਜ਼ਾ ਲੈਣਾ ਤੁਹਾਡੀ ਪਹਿਲੀ ਪ੍ਰਾਇੋਰਟੀ ਹੋਣੀ ਚਾਹੀਦੀ ਹੈ। ਤਾਂ ਅਗਰ ਤੁਸੀਂ ਇੱਕ ਮਤਲਬ ਤੁਹਾਡੇ 6 ਈਚ ਬੈਂਡਸ ਨੇ ਤੇ ਤੁਸੀਂ ਅਗਰ ਆਪਣੀ ਫਾਈਲ ਲਗਾ ਰਹੇ ਹੋ ਤਾਂ ਮੇਕ ਸ਼ੋਰ ਤੁਸੀਂ ਆਪਣੀ GIC ਪ੍ਰੋਪਰਲੀ ਕੈਲਕੂਲੇਟ ਕਰਕੇ ਉਨੀ ਹੀ GIC ਕਰਾਓ। ਅਦਰਵਾਈਜ਼ ਜੇ ਤੁਸੀਂ ਕੰਸਲਟੈਂਟ ਦੇ ਪਿੱਛੇ ਲੱਗ ਕੇ $10,000 ਦੀ GIC ਕਰਾ ਕੇ ਆਪਣੀ ਫਾਈਲ ਇੱਕ ਅੱਛੀ ਸਿਟੀ ਦੇ ਵਿੱਚ ਟੋਰਾਂਟੋ, ਓਨਟਾਰੀਓ, ਬਰੈਂਪਟਨ ਇਸ ਤਰ੍ਹਾਂ ਲਗਾ ਰਹੇ ਹੋ ਤਾਂ ਤੁਹਾਡੇ ਚਾਂਸ ਨੇ ਕਿ ਤੁਹਾਡੀ ਫਾਈਲ ਈਜ਼ਲੀ ਰਿਫਿਊਜ਼ ਹੋ ਸਕਦੀ ਹੈ। ਕਿਉਂਕਿ ਮੇਰੇ ਹਿਸਾਬ ਨਾਲ ਅਗਰ ਤੁਸੀਂ ਐਮਬੈਸੀ ਦੇ ਵਿੱਚ ਫਾਈਲ ਲਗਾ ਰਹੇ ਹੋ ਤਾਂ ਤੁਹਾਡਾ ਇੱਕ ਡਾਕੂਮੈਂਟ ਮੈਟਰ ਕਰਦਾ ਹੈ ਤੇ ਤੁਸੀਂ ਡਾਕੂਮੈਂਟ ਉਹ ਲਗਾਓ ਜਿਹਦੀ ਐਕਚੁਅਲ ਦੇ ਵਿੱਚ ਵੈਲਿਊ ਹੈ। ਤੁਸੀਂ ਆਪਣੇ ਫਾਦਰ ਦੀ ਸਟੇਟਮੈਂਟ ਲਾ ਰਹੇ ਹੋ, ਮਦਰ ਦੀ ਸਟੇਟਮੈਂਟ ਲਾ ਰਹੇ ਹੋ ਜਿਨ੍ਹਾਂ ਵਿੱਚ ਕੁਝ ਪੈਸਾ ਪਿਆ, ਉਹ ਐਮਬੈਸੀ ਦੇ ਕੋਈ ਮੈਟਰ ਨਹੀਂ ਕਰਦਾ। ਤੁਸੀਂ ਇੱਕ ਡਾਕੂਮੈਂਟ ਲਾਓ ਵੀ ਮੇਰੇ ਜਿੰਨਾ ਲਿਵਿੰਗ ਐਕਸਪੈਂਸ ਹੈ 1 ਸਾਲ ਦਾ ਉਹ ਮੈਂ GIC ਦੇ ਵਿੱਚ ਹੀ ਕਵਰ ਕਰਕੇ ਜਾ ਰਿਹਾ। ਐਮਬੈਸੀ ਨੂੰ ਇਸ ਤੋਂ ਇਲਾਵਾ ਕੁਝ ਨਹੀਂ ਚਾਹੀਦਾ। ਐਮਬੈਸੀ ਚਾਹੁੰਦੀ ਹੈ ਕਿ ਤੁਸੀਂ ਉੱਥੇ ਜਾ ਕੇ ਭੁੱਖੇ ਨਾ ਮਰੋ, ਤੁਹਾਨੂੰ ਅਗਰ ਉੱਥੇ ਕੰਮ ਨਹੀਂ ਮਿਲਦਾ ਤਾਂ ਤੁਸੀਂ ਐਟਲੀਸਟ ਸਰਵਾਈਵ ਕਰ ਸਕੋ। ਤਾਂ ਇਹ ਬੇਸਿਕਲੀ ਇੱਕ ਛੋਟੀ ਜੀ ਜਨਰਲ ਇਨਫੋਰਮੇਸ਼ਨ ਵਾਲੀ ਵੀਡੀਓ ਸੀ। ਜਦ ਵੀ ਤੁਸੀਂ ਆਪਣੀ ਫਾਈਲ ਲਗਾਉਣੀ ਹੈ ਤਾਂ ਮੇਕ ਸ਼ੋਰ ਕਿ ਤੁਸੀਂ ਆਪਣੀ GIC ਪ੍ਰੋਪਰਲੀ ਕੈਲਕੂਲੇਟ ਕਰੋ। ਅਗਰ ਤੁਸੀਂ GIC ਕੈਲਕੂਲੇਟ ਕਰਨ ਦੇ ਵਿੱਚ ਗਲਤੀ ਕਰਤੀ ਤਾਂ ਤੁਹਾਡੀ ਜਿੰਨੀ ਵੀ ਅੱਛੀ ਪ੍ਰੋਫਾਈਲ ਹੋਵੇ, SGS ਕੈਟੇਗਰੀ ਦੀ ਫਾਈਲ ਹੋਵੇ, ਤੁਹਾਡਾ ਵੀਜ਼ਾ ਰਿਫਿਊਜ਼ ਹੋਏਗਾ। ਤਾਂ ਦੋਸਤੋ ਜੇਕਰ ਤੁਸੀਂ ਵੀ ਆਪਣੀ ਪ੍ਰੋਫਾਈਲ ਸਾਡੇ ਨਾਲ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ ਨੀਚੇ ਹੈ, ਤੁਸੀਂ ਕਾਲ ਵੀ ਕਰ ਸਕਦੇ ਹੋ ਉਸ ਨੰਬਰ ਤੇ ਐਜ਼ ਯੂ ਲਾਈਕ। ਤੇ ਸਾਡੀ ਕੋਈ ਵੀ ਸਰਵਿਸ ਦਾ ਅਸੀਂ ਕੋਈ ਵੀ ਚਾਰजेस ਨਹੀਂ ਲੈਂਦੇ। ਤੁਸੀਂ ਆਪਣੀ ਪ੍ਰੋਫਾਈਲ ਅਸੈਸ ਕਰਵਾਉਣੀ ਹੈ ਸਾਡੇ ਤੋਂ, ਅਸੀਂ ਤੁਹਾਨੂੰ ਅੱਛੇ ਤੋਂ ਅੱਛੇ ਜੋ ਵੀ ਤੁਹਾਡੇ ਲਈ ਬੈਸਟ ਆਪਸ਼ਨਸ ਮਿਲਦੇ ਨੇ ਉਹ ਤੁਹਾਨੂੰ ਫ੍ਰੀ ਆਫ ਕਾਸਟ ਅਸੀਂ ਪ੍ਰੋਵਾਈਡ ਕਰਾਂਗੇ। ਅਗਰ ਤੁਸੀਂ ਆਪਣਾ ਲੈਟਰ ਮੰਗਵਾਉਂਦੇ ਹੋ ਤਾਂ ਲੈਟਰ ਦੇ ਜੋ ਚਾਰजेस ਨੇ ਕਾਲਜ ਦੇ ਉਹ ਸਾਡੇ ਤੋਂ ਲਏ ਜਾਣਗੇ। ਤਾਂ ਉਸ ਤੋਂ ਇਲਾਵਾ ਸਾਡੇ ਕੋਈ ਵੀ ਹਿਡਨ ਚਾਰजेस ਨਹੀਂ ਹੈ। ਤੁਸੀਂ ਆਪਣੀ ਪ੍ਰੋਫਾਈਲ ਸਾਡੇ ਨਾਲ ਸ਼ੇਅਰ ਕਰੋ। ਅਗਰ ਤੁਹਾਡੀ ਪ੍ਰੋਫਾਈਲ ਅੱਛੀ ਹੋਏਗੀ ਤਾਂ ਅਸੀਂ ਜ਼ਰੂਰ ਤੁਹਾਡੀ ਪ੍ਰੋਫਾਈਲ ਨੂੰ ਪਿਕ ਕਰਕੇ ਤੁਹਾਡਾ ਜੋ ਸਟੱਡੀ ਵੀਜ਼ਾ ਹੈ ਉਸਦਾ ਜੋ ਹੈ ਪ੍ਰੋਸੈਸ ਉਹ ਅੱਗੇ ਸ਼ੁਰੂ ਕਰਾਂਗੇ, ਜਿਸ ਦੇ ਵਿੱਚ ਸਾਡਾ ਕੋਈ ਵੀ ਹਿਡਨ ਚਾਰजेस ਨਹੀਂ ਹੈਗੇ। ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਤੇ ਇਨਫੋਰਮੇਸ਼ਨ ਵਾਲੀ ਵੀ ਲੱਗੀ ਹੋਏਗੀ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਆਪਣੇ ਫਰੈਂਡਸ ਐਂਡ ਫੈਮਿਲੀ ਮੈਂਬਰਸ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਜੋ ਵੀ ਕੈਨੇਡਾ ਦੇ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ, ਕਿਉਂਕਿ ਇਸ ਚੀਜ਼ ਤੇ ਕੋਈ ਵੀ ਕੰਸਲਟੈਂਟ 99.99% ਕੰਸਲਟੈਂਟ ਤੁਹਾਨੂੰ ਕਦੇ ਵੀ ਨਹੀਂ ਦੱਸਣਗੇ ਕਿ ਤੁਹਾਡੀ ਜੋ ਫਾਈਲ ਹੈ ਉਹ ਰਿਫਿਊਜ਼ ਕਿਉਂ ਹੋਈ। ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਬੱਚਾ ਜੇਕਰ ਇੰਨੇ ਬੈਂਡ ਲੈ ਕੇ ਵੀ ਇੱਕ ਵਾਰ ਰਿਫਿਊਜ਼ ਹੋ ਰਿਹਾ ਤਾਂ ਉਹਦੇ ਮਨ ਦੇ ਵਿੱਚ ਇੱਕ ਹੋਰ ਡਰ ਬਣ ਗਿਆ ਕਿ ਕਮੀ ਕਿੱਥੇ ਹੈ ਮੇਰੀ ਫਾਈਲ ਦੇ ਵਿੱਚ ਜਿਹੜੀ ਕਿ ਬੱਚੇ ਨੂੰ ਸਮਝ ਨਹੀਂ ਆਉਂਦੀ, ਤੇ ਉਹ ਕੰਸਲਟੈਂਟ ਦੀ ਹਰ ਇੱਕ ਗੱਲ ਮੰਨਣੀ ਸ਼ੁਰੂ ਕਰ ਦਿੰਦਾ ਜੋ ਵੀ ਉਸਦਾ ਕੰਸਲਟੈਂਟ ਉਹਨੂੰ ਦੱਸਦਾ। ਤਾਂ ਉੱਥੇ ਕੰਸਲਟੈਂਟ ਨੂੰ ਡਬਲ ਤੋਂ ਟ੍ਰਿਪਲ ਉਹ ਆਪਣਾ ਜੋ ਹੈ ਫਾਇਦਾ ਹੈ ਉਹ ਕਰਦਾ। ਤਾਂ ਬੇਸਿਕਲੀ ਤੁਸੀਂ ਇਸ ਜਾਲ ਦੇ ਵਿੱਚ ਨਾ ਫਸੋ। ਆਪਣੀ ਪ੍ਰੋਫਾਈਲ ਨੂੰ ਪਹਿਲਾਂ ਹੀ ਇੰਨੇ ਅੱਛੇ ਤਰੀਕੇ ਨਾਲ ਪ੍ਰੈਜ਼ੈਂਟ ਕਰੋ ਕਿ ਐਮਬੈਸੀ ਨੂੰ ਕੋਈ ਵੀ ਪ੍ਰੋਬਲਮ ਨਾ ਹੋਵੇ ਤੁਹਾਨੂੰ ਇੱਕ ਵੀਜ਼ਾ ਦੇਣ ਦੇ ਵਿੱਚ। ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰੋ, ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਜਿਹੜੇ ਵੀ ਆਪਣੀ ਫਾਈਲ ਕੈਨੇਡਾ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ। ਤਾਂ ਮੇਰਾ WhatsApp ਨੰਬਰ ਵੀ ਨੀਚੇ ਹੈ, ਤੁਸੀਂ ਉਹ 'ਤੇ ਵੀ ਮੈਨੂੰ ਕਾਲ ਜਾਂ ਫਿਰ ਮੈਨੂੰ WhatsApp ਕਰਕੇ ਵੀ ਸਲਾਹ ਲੈ ਸਕਦੇ ਹੋ ਫ੍ਰੀ ਆਫ ਕਾਸਟ। ਕੋਈ ਵੀ ਤੁਹਾਨੂੰ ਬੇਸਿਕ ਜਾਣਕਾਰੀ ਚਾਹੀਦੀ ਹੈ ਤੁਸੀਂ ਲੈ ਸਕਦੇ ਹੋ। ਜੇਕਰ ਤੁਸੀਂ ਅਪਲਾਈ ਵੀ ਕਰਨਾ ਚਾਹੁੰਦੇ ਤਾਂ ਸਾਡੇ ਥਰੂ ਤੁਸੀਂ ਕਿਸੇ ਵੀ ਕਾਲਜ ਕੈਨੇਡਾ ਲਈ ਅਪਲਾਈ ਕਰ ਸਕਦੇ ਹੋ। ਜਿਹੜੀ ਵੀ ਉਹਨਾਂ ਦੀ ਬੇਸਿਕ ਕਾਸਟਿੰਗ ਹੋਏਗੀ ਉਹ ਤੁਹਾਨੂੰ ਪੇ ਕਰਨੀ ਪੈਗੀ। ਸਾਡਾ ਕੋਈ ਵੀ ਹਿਡਨ ਚਾਰजेस ਅਸੀਂ ਤੁਹਾਡੇ ਤੋਂ ਨਹੀਂ ਲਵਾਂਗੇ। ਤਾਂ ਫਿਰ ਦੋਸਤੋ ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।